ਸਤਿ ਸ਼੍ਰੀ ਅਕਾਲ। ਮੈਂ ਅਮਰਜੀਤ ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਅੱਜ ਆਪ ਜੀ ਦੇ ਨਾਲ ਸਹਿਕਾਰਤਾ ਵਿਭਾਗ ਅਤੇ ਸਹਿਕਾਰੀ ਸਭਾਵਾਂ ਦੁਆਰਾ ਕੋਵਿਡ ਕਾਰਨ ਪੈਦਾ ਹੋਏ ਹਾਲਾਤਾਂ ਦੇ ਵਿੱਚ ਜੋ ਵੀ ਅਨਮੁੱਲਾ ਯੋਗਦਾਨ ਇਹਨਾਂ ਨੇ ਪਾਇਆ ਹੈ, ਲੋਕਾਂ ਨੂੰ ਸਹੂਲਤਾਂ ਦਿੱਤੀਆਂ ਹਨ, ਉਸ ਦੀ ਸੂਚਨਾ ਆਪ ਨਾਲ ਸਾਂਝੀ ਕਰਾਂਗਾ। ਸਭ ਤੋਂ ਪਹਿਲਾਂ ਕੋਵਿਡ ਬਾਰੇ ਵਿਸ਼ਵ ਪੱਧਰ 'ਤੇ ਭਾਰਤ ਅਤੇ ਪੰਜਾਬ ਦੇ ਵਿੱਚ ਜੋ ਅੰਕੜੇ ਹਨ, ਜੋ ਸੂਚਨਾ ਅੱਜ ਤੱਕ ਦੀ ਹੈ, ਉਸ ਦਾ ਅੱਜ 88ਵਾਂ ਦਿਨ ਹੈ ਅਤੇ ਉਸ ਨਾਲ ਇਹ ਸੂਚਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਵਿਸ਼ਵ ਦੇ ਵਿੱਚ ਕੋਵਿਡ-19 ਨਾਲ ਪੀੜਤ ਲੋਕਾਂ ਦੀ ਗਿਣਤੀ ਇਸ ਸਮੇਂ 84,66,999 ਹੈ। ਇਹਨਾਂ ਵਿੱਚੋਂ 44,39,056 ਲੋਕ ਠੀਕ ਹੋ ਗਏ ਹਨ ਅਤੇ ਇਹਨਾਂ ਦੇ ਵਿੱਚ ਮ੍ਰਿਤਕ ਲੋਕ ਜਿਹੜੇ ਇਸ ਬਿਮਾਰੀ ਦੇ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਹੈ 4,51,949 ਹੈ। ਭਾਰਤ ਦੇ ਵਿੱਚ ਇਹ ਅੰਕੜੇ ਇਸ ਤਰ੍ਹਾਂ ਹਨ। ਇਸ ਬਿਮਾਰੀ ਦੇ ਨਾਲ ਪੀੜਤ ਲੋਕ 18 ਤਰੀਕ ਦੀ ਜਿਹੜੀ ਅਪਡੇਟਸ ਹੈ ਉਸ ਦੇ ਵਿੱਚ 3,68,648 ਹਨ। ਠੀਕ ਹੋਏ ਮਰੀਜ਼ 1,94,843 ਹਨ ਅਤੇ ਇਸ ਬਿਮਾਰੀ ਦੇ ਕਾਰਨ ਜੋ ਮੌਤਾਂ ਭਾਰਤ ਦੇ ਵਿੱਚ ਹੋਈਆਂ ਹਨ ਉਹ 12,275 ਹਨ। ਇਸੇ ਤਰ੍ਹਾਂ ਪੰਜਾਬ ਦੇ ਵਿੱਚ 18 ਤਰੀਕ ਦੀ ਅਪਡੇਟਸ ਹੈ। ਕੁੱਲ ਪੋਜ਼ੀਟਿਵ ਕੇਸ ਜਿਹੜੇ ਪੰਜਾਬ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਹਨ 3,615 ਹਨ, ਜੋ ਕਿ ਕੱਲ੍ਹ ਦੇ ਮੁਕਾਬਲੇ 118 ਵਧੇ ਹਨ। ਠੀਕ ਹੋਏ ਮਰੀਜ਼ਾਂ ਦੀ ਗਿਣਤੀ 2,570 ਹੈ। ਕੁੱਲ ਮੌਤਾਂ ਇਸ ਬਿਮਾਰੀ ਦੇ ਕਾਰਨ 83 ਹੋਈਆਂ ਹਨ ਅਤੇ ਇਸ ਵੇਲੇ ਪੰਜਾਬ ਦੇ ਵਿੱਚ 962 ਐਕਟਿਵ ਕੇਸਿਸ ਹਨ। ਹੁਣ ਮੈਂ ਆਪ ਦੇ ਨਾਲ ਸਹਿਕਾਰਤਾ ਵਿਭਾਗ ਅਤੇ ਸਹਿਕਾਰੀ ਸਭਾਵਾਂ ਦੁਆਰਾ ਕੋਵਿਡ-19 ਕਾਰਨ ਜੋ ਪੈਦਾ ਹੋਏ ਹਾਲਾਤ ਹਨ ਉਹਦੇ ਵਿੱਚ ਜੋ ਵੀ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਗਈਆਂ ਹਨ, ਜੋ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ, ਉਸ ਦੇ ਬਾਰੇ ਆਪ ਨੂੰ ਜਾਣਕਾਰੀ ਦਿੰਦਾ ਹਾਂ। ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੀਆਂ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਹਨ ਉਹਨਾਂ ਵੱਲੋਂ ਇਸ ਹਾਲਾਤ ਦੇ ਵਿੱਚ, ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਘਰ ਘਰ ਜ਼ਰੂਰੀ ਵਸਤਾਂ ਦੀ ਜਿਹੜੀ ਡਿਲੀਵਰੀ ਕੀਤੀ ਗਈ ਹੈ। ਪੰਜਾਬ ਦੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਜਿਨ੍ਹਾਂ ਦੀ ਗਿਣਤੀ 3,000 ਤੋਂ ਉੱਪਰ ਹੈ, ਉਹਨਾਂ ਵੱਲੋਂ ਆਪਣੇ ਮੈਂਬਰਾਂ ਨੂੰ ਅਤੇ ਆਮ ਲੋਕਾਂ ਨੂੰ ਜਦੋਂ ਦਾ ਲੋਕਡਾਊਨ ਲੱਗਾ ਹੈ, ਜਦੋਂ ਦੀ ਇਹ ਕਰਫਿਊ ਲੱਗਾ ਹੈ, ਉਦੋਂ ਤੋਂ ਲੈ ਕੇ ਹੁਣ ਤੱਕ 14 ਕਰੋੜ ਰੁਪਏ ਦੀਆਂ ਜ਼ਰੂਰੀ ਵਸਤਾਂ ਸਪਲਾਈ ਕੀਤੀਆਂ ਹਨ। ਇਸ ਤੋਂ ਇਲਾਵਾ ਸਹਿਕਾਰੀ ਸਭਾਵਾਂ ਵੱਲੋਂ ਆਪਣੇ ਮੈਂਬਰਾਂ ਨੂੰ ਅਤੇ ਆਮ ਲੋਕਾਂ ਨੂੰ ਕੋਈ 17 ਲੱਖ ਦੀ ਵੈਲਿਊ ਦੇ ਮਾਸਕ ਵੰਡੇ ਗਏ ਹਨ। ਇਸੇ ਤਰ੍ਹਾਂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ 84.27 ਲੱਖ ਰੁਪਏ ਕੈਸ਼ ਦੀ ਅਦਾਇਗੀ ਮਾਈਕਰੋ ATM ਦੇ ਰਾਹੀਂ ਕੀਤੀ ਗਈ ਹੈ। ਇਸੇ ਤਰ੍ਹਾਂ ਸਹਿਕਾਰੀ ਸਭਾਵਾਂ ਵੱਲੋਂ ਆਪਣੇ ਮੈਂਬਰਾਂ ਨੂੰ ਖੇਤੀਬਾੜੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਰਕਫੈੱਡ ਅਤੇ ਇਫਕੋ ਤੋਂ ਪ੍ਰਾਪਤ ਖਾਦ, ਯੂਰੀਆ, DAP ਸਪਲਾਈ ਕੀਤੀ ਗਈ ਹੈ। ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਤੋਂ ਇਲਾਵਾ ਸਿਖਰ ਸਹਿਕਾਰੀ ਸੰਸਥਾਵਾਂ ਜਿਵੇਂ ਕਿ ਮਾਰਕਫੈੱਡ ਵੱਲੋਂ ਵੀ ਇਸ ਕੰਮ ਦੇ ਇਸ ਵਾਸਤੇ ਕਾਫੀ ਜਿਹੜਾ ਹੈ ਉਹ ਪੋਜ਼ੀਟਿਵ ਯੋਗਦਾਨ ਪਾਇਆ ਗਿਆ ਹੈ। ਮਾਰਕਫੈੱਡ ਵੱਲੋਂ ਜ਼ਰੂਰੀ ਵਸਤਾਂ ਦੀ ਸਪਲਾਈ ਜੋ ਕੀਤੀ ਗਈ ਹੈ, ਦਾਲਾਂ ਦੀ ਸਪਲਾਈ 360 ਮੈਟ੍ਰਿਕ ਟਨ ਜਿਹੜੀ ਕਿ 2.42 ਕਰੋੜ ਰੁਪਏ ਬਣਦੀ ਹੈ। ਆਟਾ 480 ਮੈਟ੍ਰਿਕ ਟਨ ਜਿਸ ਦੀ ਵੈਲਿਊ 1.24 ਕਰੋੜ ਹੈ। ਚੀਨੀ 311 ਮੈਟ੍ਰਿਕ ਟਨ ਜਿਸ ਦੀ ਵੈਲਿਊ 1.18 ਕਰੋੜ ਹੈ। ਇਸੇ ਤਰ੍ਹਾਂ ਬਨਸਪਤੀ ਘਿਓ ਅਤੇ ਰਿਫਾਈਨਡ ਆਇਲ 3510 ਕਿਲੋ ਲੀਟਰ ਜਿਸ ਦੀ ਵੈਲਿਊ 31.60 ਕਰੋੜ ਹੈ। ਇਹ ਆਮ ਲੋਕਾਂ ਨੂੰ ਜਿਹੜਾ ਹੈ ਘਰ ਘਰ ਜਾ ਕੇ ਸਪਲਾਈ ਕੀਤਾ ਗਿਆ ਹੈ। ਮਾਰਕਫੈੱਡ ਵੱਲੋਂ 2020-21 ਦੇ ਵਿੱਚ ਤਕਰੀਬਨ 30 ਲੱਖ ਟਨ ਕਣਕ ਦੀ ਖਰੀਦ ਜਿਹੜੀ ਹੈ ਕੀਤੀ ਗਈ ਹੈ। ਇਸੇ ਤਰ੍ਹਾਂ ਮਾਰਕਫੈੱਡ ਵੱਲੋਂ ਸਹਿਕਾਰੀ ਸਭਾਵਾਂ ਦੇ ਕਿਸਾਨਾਂ ਨੂੰ ਲਾਕਡਾਊਨ ਦੌਰਾਨ 13,533 ਟਨ ਕੈਟਲ ਫੀਡ ਜਿਸ ਦੀ ਕੀਮਤ ਬਣਦੀ ਹੈ 31.54 ਕਰੋੜ ਸਪਲਾਈ ਕੀਤੀ ਗਈ ਹੈ। ਮਾਰਕਫੈੱਡ ਵੱਲੋਂ ਤਕਰੀਬਨ 2,93,515 ਟਨ ਯੂਰੀਆ ਅਤੇ 22,383 ਟਨ DAP ਜਿਸ ਦੀ ਕੀਮਤ 212.86 ਕਰੋੜ ਬਣਦੀ ਹੈ ਕਿਸਾਨਾਂ ਨੂੰ ਸਪਲਾਈ ਕੀਤੀ ਗਈ ਹੈ। ਇਸੇ ਤਰ੍ਹਾਂ ਮਾਰਕਫੈੱਡ ਵੱਲੋਂ 44 ਕਰੋੜ ਦੀ ਵੈਲਿਊ ਦੀਆਂ ਦਵਾਈਆਂ, ਕੀੜੇਮਾਰ ਦਵਾਈਆਂ ਕਿਸਾਨਾਂ ਨੂੰ ਸਪਲਾਈ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਮਿਲਕਫੈੱਡ ਜੋ ਕਿ ਮਿਲਕ ਪ੍ਰੋਡਕਟ ਨੂੰ ਪ੍ਰੋਸੈਸ ਕਰਨ ਵਾਲੀ ਸੰਸਥਾ ਹੈ, ਇਸ ਵੱਲੋਂ ਲਾਕਡਾਊਨ ਦੌਰਾਨ ਆਮ ਲੋਕਾਂ ਦੀ ਸਹੂਲਤ ਵਾਸਤੇ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਗਈਆਂ ਹਨ। ਲਾਕਡਾਊਨ ਦੀ ਸੰਭਾਵਨਾ ਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ ਮਿਲਕਫੈੱਡ ਵੱਲੋਂ ਕਿਸਾਨਾਂ ਦਾ ਜਿਹੜੇ ਦੁੱਧ ਉਤਪਾਦਕ ਕਰਦੇ ਹਨ ਉਹਨਾਂ ਦਾ ਦੁੱਧ ਜਿਹੜਾ ਹੈ ਉਹ ਇਕੱਠਾ ਕੀਤਾ ਗਿਆ, ਉਸਨੂੰ ਮਿਲਕ ਪਲਾਂਟ ਤੱਕ ਪਹੁੰਚਾਇਆ ਗਿਆ।
ਇਸ ਤੋਂ ਇਲਾਵਾ ਜੋ ਵੀ ਮਿਲਕ ਪ੍ਰੋਡਕਟ ਹਨ, ਚਾਹੇ ਦੁੱਧ ਹੈ, ਦਹੀਂ ਹੈ, ਪਨੀਰ ਹੈ, ਇਸ ਦੇ ਵਾਸਤੇ ਮੋਬਾਈਲ ਵੈਨਸ ਲਗਾਈਆਂ ਗਈਆਂ, ਜਿਨ੍ਹਾਂ ਦੁਆਰਾ ਲੋਕਾਂ ਨੂੰ ਜਿਹੜਾ ਹੈ ਉਹ ਘਰ ਘਰ ਜਾ ਕੇ ਮਿਲਕ ਪ੍ਰੋਡਕਟ ਜਿਹੜੇ ਸਪਲਾਈ ਕੀਤੇ ਗਏ ਹਨ। ਇਸੇ ਤਰ੍ਹਾਂ ਮਿਲਕਫੈਡ ਦੁਆਰਾ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਤਾਲਮੇਲ ਕਰਕੇ ਦੁੱਧ ਪਦਾਰਥਾਂ ਦੀ ਘਰ ਘਰ ਸਪਲਾਈ ਯਕੀਨੀ ਬਣਾਈ ਗਈ। ਇਸ ਕੰਮ ਦੇ ਲਈ ਮਿਲਕਫੈਡ ਦੇ ਮੌਜੂਦਾ ਮੰਡੀਕਰਨ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਅਤੇ ਆਨਲਾਈਨ ਡਿਲੀਵਰੀ ਕੰਪਨੀਆਂ ਜਿਵੇਂ ਕਿ ਜ਼ੋਮੈਟੋ ਅਤੇ ਸਵੀਗੀ ਨਾਲ ਸਮਝੌਤਾ ਕੀਤਾ ਗਿਆ। ਦੁੱਧ ਦੀ ਪੈਦਾਵਾਰ ਲਈ ਕੈਟਲ ਫੀਡ ਦੀ ਸਪਲਾਈ ਬਹੁਤ ਹੀ ਮਹੱਤਵਪੂਰਨ ਹੈ। ਸੋ ਮਿਲਕਫੈਡ ਵੱਲੋਂ ਮਾਰਕਫੈਡ ਵਾਂਗ ਹੀ ਕੈਟਲ ਫੀਡ ਪਲਾਂਟ ਦੇ ਵਿੱਚੋਂ ਜੋ ਵੀ ਸਪਲਾਈ ਯਕੀਨੀ ਬਣਾਈ ਗਈ ਅਤੇ ਮੈਂਬਰਾਂ ਤੱਕ ਪਹੁੰਚਾਈ ਗਈ। ਇਸੇ ਤਰ੍ਹਾਂ ਤੀਸਰਾ ਸਾਡਾ ਮੇਨ ਅਦਾਰਾ ਹੈ ਪੰਜਾਬ ਸਟੇਟ ਕੋਆਪਰੇਟਿਵ ਬੈਂਕ। ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦੀਆਂ 820 ਬ੍ਰਾਂਚਾਂ ਜਿਹੜੀਆਂ ਹਨ, ਜਿਹਦੇ ਵਿੱਚ ਜ਼ਿਲ੍ਹਾ ਪੱਧਰ 'ਤੇ CCBs ਹਨ, ਉਹਨਾਂ 8 ਤੋਂ 20 ਬ੍ਰਾਂਚਾਂ ਨੂੰ 23 ਮਾਰਚ ਤੋਂ ਲੈ ਕੇ ਹੁਣ ਤੱਕ ਜਿਹੜਾ ਹੈ ਖੁੱਲ੍ਹਾ ਰੱਖਿਆ ਗਿਆ। ਇਹਨਾਂ ਬ੍ਰਾਂਚਾਂ ਦੇ ਰਾਹੀਂ ਆਮ ਲੋਕਾਂ ਦੀਆਂ ਬੈਂਕਿੰਗ ਦੀਆਂ ਜੋ ਵੀ ਸੇਵਾਵਾਂ ਹਨ ਬੈਂਕਿੰਗ ਦੀਆਂ, ਉਹ ਲੋਕਾਂ ਨੂੰ ਪ੍ਰੋਵਾਈਡ ਕੀਤੀਆਂ ਗਈਆਂ। ਨਾ ਸਿਰਫ ATM ਜਿਹੜੇ ਇਹਦੇ ਵਿੱਚ ਚਲਾਏ ਗਏ, ਬਲਕਿ ਇੱਕ ਇਹ ਵੀ ਤਜਰਬਾ ਕੀਤਾ ਗਿਆ ਕਿ ਕੋਆਪਰੇਟਿਵ ਬੈਂਕ ਦੀਆਂ ਜਿਹੜੀਆਂ ਇੱਕ ਤਜਰਬਾ ਇਹ ਹੈ ਕਿ ਇਹਨਾਂ ਨੇ ਮਾਈਕਰੋ ATM ਜਿਹੜੇ ਹਨ, 115 ਮਾਈਕਰੋ ATM ਦੇ ਰਾਹੀਂ ਲੋਕਾਂ ਨੂੰ ਕੈਸ਼ ਦੀ ਸਹੂਲਤ ਜਿਹੜੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਹੈ, ਇਸ ਦੁਆਰਾ ਵੀ ਜਿਹੜਾ ਇਸ ਲਾਕਡਾਊਨ ਦੀ ਸਥਿਤੀ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸ ਦੇ ਵਾਸਤੇ ਜਿਵੇਂ ਕਿ ਰਿਕਵਰੀ ਦੀ ਜਿਹੜੀ ਮਿਤੀ ਹੈ ਨਾਰਮਲੀ 30/6/2020 ਤੱਕ ਹੁੰਦੀ ਹੈ, ਇਸ ਨੂੰ 1 ਮਹੀਨੇ ਲਈ ਵਧਾ ਦਿੱਤਾ ਗਿਆ ਹੈ ਤਾਂ ਜੋ ਲੋਕ ਜਿਹੜੇ ਹਨ ਉਹ ਰਿਕਵਰੀ ਦੇਣ ਦੇ ਵਿੱਚ ਜਿਹੜਾ ਉਹਨਾਂ ਨੂੰ ਆਸਾਨੀ ਹੋ ਸਕੇ। ਇਸੇ ਤਰ੍ਹਾਂ ਜਿਹੜਾ ਪੈਨਲ ਜੁਰਮਾਨਾ ਹੈ, ਦੰਡਿਤ ਵਿਆਜ ਜਿਸ ਨੂੰ ਕਿਹਾ ਜਾਂਦਾ ਹੈ, ਉਸ ਦੇ ਬਾਰੇ ਵੀ ਜਿਹੜਾ ਹੈ ਉਸ ਨੂੰ ਮਾਫ ਕਰਨ ਬਾਰੇ ਫੈਸਲਾ ਲਿਆ ਗਿਆ ਹੈ। ਸੋ ਇਸ ਦੇ ਨਾਲ ਹੀ ਇੱਕ ਮਹੱਤਵਪੂਰਨ ਕੰਮ ਜੋ ਕੀਤਾ ਗਿਆ, ਕਿਉਂਕਿ ਪੰਜਾਬ ਦੇ ਖੇਤੀਬਾੜੀ ਸੇਵਾਵਾਂ ਅਤੇ ਜਿਹੜੇ ਸਿਖਰ ਸੇਵਾਵਾਂ ਹਨ, ਉਹਨਾਂ ਦੇ EMPLOYEE ਐਜ਼ ਫਰੰਟ ਲਾਈਨ ਵਾਰੀਅਰ ਦੇ ਤੌਰ 'ਤੇ ਲੋਕਾਂ ਨੂੰ ਸਹੂਲਤਾਂ ਪ੍ਰੋਵਾਈਡ ਕਰਦੇ ਰਹੇ ਹਨ। ਉਹਨਾਂ ਦੇ ਵਾਸਤੇ ਸਹਿਕਾਰਤਾ ਵਿਭਾਗ ਦੇ ਉਪਰਾਲੇ ਦੇ ਨਾਲ ਜਿੰਨੇ ਵੀ ਸਾਡੇ ਸਿਖਰ ਸੰਸਥਾਵਾਂ ਹਨ ਅਤੇ ਜਿੰਨੀਆਂ ਸਾਡੀਆਂ ਪ੍ਰਾਇਮਰੀ ਕੋਆਪਰੇਟਿਵ ਸੁਸਾਇਟੀਜ਼ ਹਨ, ਉਹਨਾਂ ਦੇ EMPLOYEES ਦੇ ਵਾਸਤੇ COVID-19 ਕਾਰਨ ਜੇਕਰ ਕੋਈ ਕਿਸੇ ਦੀ ਕੈਜੁਅਲਟੀ ਹੁੰਦੀ ਹੈ, ਮੌਤ ਹੁੰਦੀ ਹੈ, ਤੇ 25 ਲੱਖ ਦਾ ਬੀਮਾ ਕਵਰ ਜਿਹੜਾ ਦਿੱਤਾ ਗਿਆ ਹੈ। ਧੰਨਵਾਦ ਜੀ।